ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਤੁਹਾਡਾ ਸਾਰਿਆਂ ਦਾ ਆਪਣੇ ਪੰਜਾਬ ਐਗਜ਼ਾਮ 01 ਪਲੇਟਫਾਰਮ ਉੱਤੇ ਸਵਾਗਤ ਹੈ। ਹਾਂਜੀ, ਅੱਜ ਆਪਾਂ ਮਾਸਟਰ ਕੇਡਰ ਪੰਜਾਬੀ ਦਾ ਪੇਪਰ ਡਿਸਕਸ ਕਰਾਂਗੇ ਜਿਹੜਾ ਕਿ ਕੱਲ ਹੋਇਆ ਸੀ। ਹਾਂਜੀ, ਇਹ ਪੇਪਰ ਬਹੁਤ ਹੀ ਸੌਖਾ ਸੀਗਾ ਅਤੇ ਇਹ ਪੇਪਰ ਰਿਪੀਟ ਵੀ ਹੋਇਆ ਅਤੇ ਜਿੰਨਾ ਮੈਂ ਤੁਹਾਨੂੰ ਕਰਾਇਆ ਸੀਗਾ ਉਸ ਵਿੱਚੋਂ ਲਗਭਗ 60 ਤੋਂ 70 ਕੁਐਸਚਨ ਆਏ ਸੀਗੇ ਲਗਭਗ, ਹੈ ਨਾ। ਇਹ ਆਪਾਂ ਨੇ ਪੇਪਰ ਬਹੁਤ ਹੀ ਸੌਖਾ ਸੀਗਾ, ਪੂਰਾ ਡਿਸਕਸ ਕੀਤਾ ਅਤੇ ਇਸ ਪੇਪਰ ਵਿੱਚ ਦੋ ਕੁਐਸਚਨ ਸੇਮ ਦਿੱਤੇ ਹੋਏ ਸੀਗੇ, ਕੋਈ ਉਲਝਣ ਦੀ ਲੋੜ ਨਹੀਂ ਹੈਗੀ ਸੀਗੀ, ਬਹੁਤ ਸੌਖਾ ਪੇਪਰ ਸੀਗਾ। ਆਓ ਹੁਣ ਇਸ ਪੇਪਰ ਬਾਰੇ ਆਪਾਂ ਥੋੜ੍ਹਾ ਮੋਟਾ ਡਿਸਕਸ ਕਰਦੇ ਹਾਂ ਅਤੇ ਮੈਂ ਆਪਦੇ ਪੁਆਇੰਟ ਆਫ ਵਿਊ ਤੋਂ ਦੱਸਦਾ ਵੀ ਇਹਨਾਂ ਦੇ ਆਨਸਰ ਕੀ ਆਉਣੇ ਸੀਗੇ। ਜੇ ਪਹਿਲਾ ਕੁਐਸਚਨ ਦੇਖੋ ਤਾਂ ਇਸਦਾ ਰਾਈਟ ਆਨਸਰ ਹੋਵੇ, ਹਾਂਜੀ ਇਹ ਸੈੱਟ ਸੱਚ ਇਹ ਹੈ ਮੇਰੇ ਕੋਲ, ਇਹ ਯਾਦ ਕਰ ਲਿਓ। ਹਾਂਜੀ, ਜਿਹੜਾ ਪਹਿਲਾ ਆਨਸਰ ਆਊਗਾ ਉਹ ਫੇਵਲ ਆਊਗਾ। ਨੀਤੀ ਕਥਾਵਾਂ ਕਿਹੜੇ ਅੰਗਰੇਜ਼ੀ ਸ਼ਬਦ ਦਾ ਪੰਜਾਬੀ ਰੂਪ ਆ? ਫੇਵਲ ਦਾ ਹੈ। ਹਾਂਜੀ, ਦੂਸਰੇ ਦਾ ਆਨਸਰ ਹੋਵੇਗਾ ਜੀ ਗੁਰੂ ਅਰਜਨ ਦੇਵ ਜੀ। ਹਾਂਜੀ, ਜੈਤ ਸ੍ਰੀ ਵਾਰ ਕਿਹੜੇ ਗੁਰੂ ਕਵੀ ਦੀ ਰਚਨਾ ਹੈ? ਗੁਰੂ ਅਰਜਨ ਦੇਵ ਜੀ ਦੀ। ਹਾਂਜੀ, ਇਹ ਕੁਐਸਚਨ ਆਪਣੇ ਬਹੁਤ ਕਰਵਾਏ ਹੋਏ ਨੇਗੇ, ਇਹਨਾਂ 'ਚੋਂ ਆਇਆ ਹੋਇਆ। ਜਿਵੇਂ ਆਹ ਤੀਸਰਾ ਕੁਐਸਚਨ ਵੇਖੋ, ਬਲਵੰਤ ਗਾਰਗੀ ਨੂੰ ਕਿਸ ਪੁਸਤਕ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ? ਤਾਂ ਇਸ ਦਾ ਆਨਸਰ ਹੋਵੇਗਾ ਜੀ ਰੰਗਮੰਚ ਲਈ। ਹਾਂਜੀ, ਕਹਾਣੀਕਾਰ ਮੋਹਨ ਭੰਡਾਰੀ ਦਾ ਜਨਮ ਕਦੋਂ ਹੋਇਆ ਸੀਗਾ? ਇਸ ਦਾ ਰਾਈਟ ਆਨਸਰ ਹੋਵੇਗਾ ਜੀ 1937 ਵਿੱਚ। ਹਾਂਜੀ, ਇਹ ਕੁਐਸਚਨ ਦੋ ਵਾਰ ਹੈ। ਇੱਕ ਕੁਐਸਚਨ 'ਚ ਪੁੱਛਿਆ ਹੋਇਆ ਹੈਗਾ ਵੀ ਇਹਨਾਂ ਵਿੱਚੋਂ ਕਹਾਣੀਕਾਰ ਕਿਹੜਾ ਹੈਗਾ, ਤਾਂ ਉੱਥੇ ਤੁਸੀਂ ਸਿੰਪਲ ਆਪਸ਼ਨਾਂ 'ਚ ਮੋਹਨ ਭੰਡਾਰੀ ਪਿਆ ਸੀ ਤਾਂ ਤੁਸੀਂ ਸਿੱਧਾ ਉੱਥੇ ਟਿਕ ਕਰ ਸਕਦੇ ਸੀਗੇ। ਅਗਲਾ ਕੁਐਸਚਨ ਵੇਖੋ ਜੀ, ਅਗਲੇ ਕੁਐਸਚਨ ਦਾ ਆਨਸਰ ਆਊਗਾ ਸੰਦਲ ਦੀ ਵਾਰ। ਹਾਂਜੀ, ਇਹ ਵੀ ਆਪਾਂ ਨੇ ਕੁਐਸਚਨ ਕਰਵਾਇਆ ਹੋਇਆ। ਸੰਮੀ ਲੋਕ ਨਾਚ ਕਿਸ ਇਲਾਕੇ ਨਾਲ ਸੰਬੰਧਿਤ ਹੈ? ਸੰਦਲਵਾਰ ਨਾਲ। ਅਗਲਾ ਕੁਐਸਚਨ ਵੇਖੋ, ਨਾਟਕਕਾਰ ਚਰਨਦਾਸ ਸਿੱਧੂ ਨੇ ਆਪਣੀਆਂ ਨਾਟ ਸਰਗਰਮੀਆਂ ਦਾ ਕੇਂਦਰ ਕਿਸ ਨੂੰ ਬਣਾਇਆ? ਇਸ ਦਾ ਆਨਸਰ ਹੋਵੇਗਾ ਜੀ ਕਾਲਜੀਏਟ ਡਰਾਮਾ ਸੁਸਾਇਟੀ ਨੂੰ। ਕਾਲਜੀਏਟ ਡਰਾਮਾ ਸੁਸਾਇਟੀ ਨੂੰ, ਇਹਦਾ ਡੀ ਆਨਸਰ ਹੋਵੇਗਾ। ਈਸ਼ਵਰ ਚੰਦਰ ਨੰਦਾ ਨੇ ਸਭ ਤੋਂ ਪਹਿਲਾਂ ਇਕਾਂਗੀ ਕਿਹੜਾ ਤੇ ਕਦੋਂ ਲਿਖਿਆ? ਹਾਂਜੀ, ਇਸ ਦਾ ਰਾਈਟ ਆਨਸਰ ਹੋਵੇਗਾ ਜੀ ਦੁਲਹਨ। ਹਾਂਜੀ, ਇਹਨਾਂ ਨੇ 1913 ਦੇ ਵਿੱਚ ਲਿਖਿਆ ਸੀਗਾ ਪਹਿਲਾਂ। ਅਗਲਾ ਕੁਐਸਚਨ ਵੇਖੋ, ਬੂਹੇ ਬਾਰੀਆਂ ਕਿਸ ਲੇਖਕ ਦੀ ਲਿਖੀ ਹੋਈ ਹੈ? ਹਾਂਜੀ, ਇਸ ਦਾ ਆਨਸਰ ਹੋਵੇਗਾ ਜੀ 8ਵੇਂ ਦਾ ਡਾਕਟਰ ਨਰਿੰਦਰ ਸਿੰਘ। ਬੂਹੇ ਬਾਰੀਆਂ ਡਾਕਟਰ ਨਰਿੰਦਰ ਸਿੰਘ ਜੀ ਨੇ ਲਿਖੀ ਹੋਈ ਆ। ਸਪਾਰ ਦਾ ਮੇਲਾ ਕਿੱਥੇ ਲੱਗਦਾ? ਇਸ ਦਾ ਰਾਈਟ ਆਨਸਰ ਹੋਵੇਗਾ ਜੀ ਜਲੰਧਰ। ਸਪਾਰ ਦਾ ਮੇਲਾ ਜਿਹੜਾ ਜਲੰਧਰ ਵਿਖੇ ਲੱਗਦਾ। ਹਾਂਜੀ, ਜਿਹੜਾ 10ਵਾਂ ਕੁਐਸਚਨ ਆ, ਨਿਯਮਤ ਵਜੀ ਸਵੈ ਸਿਉ ਚੱਲਣ ਕਾ ਕਾਰਸਾਜ ਸ਼ੇਖ ਫਰੀਦ ਜੀ ਨੇ ਇਸ ਸਲੋਕ ਵਿੱਚ ਜੀਵਨ ਦੇ ਕਿਹੜੇ ਪੱਖ ਨੂੰ ਦਰਸਾਇਆ? ਹਾਂਜੀ, ਇਸ ਕੁਐਸਚਨ ਵਿੱਚ ਮੈਨੂੰ ਕਨਫਿਊਜ਼ਨ ਆ, ਇਸ ਦਾ ਆਨਸਰ ਬੀ ਵੀ ਲੱਗ ਰਿਹਾ ਹੈ ਅਤੇ ਸੀ ਵੀ। ਬਾਕੀ ਜਦੋਂ ਫਾਈਨਲ ਆਨਸਰ ਕੀ ਆਊਗੀ ਤੁਸੀਂ ਉਦੋਂ ਚੈੱਕ ਕਰ ਲਿਓ ਇਹਦਾ ਰਾਈਟ ਆਨਸਰ ਕੀ ਹੋਵੇਗਾ। ਅਗਲਾ ਕੁਐਸਚਨ ਵੇਖੋ, ਜਸਵੰਤ ਸਿੰਘ ਕੰਬਲ ਰਚਿਤ ਨਾਵਲ ਲਹੂ ਦੀ ਲੋਅ ਕਿਸ ਲਹਿਰ ਨਾਲ ਸੰਬੰਧਿਤ ਹੈ? ਹਾਂਜੀ, ਇਸ ਦਾ ਆਨਸਰ ਹੋਵੇਗਾ ਜੀ ਨਕਸਲਵਾੜੀ ਲਹਿਰ ਨਾਲ। ਜਸਵੰਤ ਸਿੰਘ ਕੰਬਲ ਰਚਿਤ ਲਹੂ ਦੀ ਲੋਅ ਨਕਸਲਵਾੜੀ ਲਹਿਰ ਨਾਲ ਸੰਬੰਧਿਤ ਹੈ। ਗਿਆਨੀ ਗੁਰਦਿੱਤ ਸਿੰਘ ਦੀ ਪੁਸਤਕ ਮੇਰਾ ਪਿੰਡ ਕਿਹੜੀ ਗੱਲ ਦਾ ਮਿਸਾਲ ਹੈ? ਹਾਂਜੀ, ਇਸ ਦਾ ਰਾਈਟ ਆਨਸਰ ਹੋਵੇਗਾ ਜੀ ਸੀ ਪੰਜਾਬੀ ਸੱਭਿਆਚਾਰ ਦਾ। ਅਗਲੇ ਕੁਐਸਚਨ ਵੇਖੋ, ਹਾਂਜੀ ਸਰਦਾਰ ਰਾਮ ਫਲੋਰੀ ਦੀ ਪੁਸਤਕ ਸਿੱਖਾਂ ਦੇ ਰਾਜ ਦੀ ਬਿੱਥ ਦੇ ਕਿੰਨੇ ਭਾਗ ਸੀਗੇ? ਇਹ ਵੀ ਕੁਐਸਚਨ ਮੈਂ ਬਹੁਤ ਕਰਵਾਇਆ, ਇਸ ਦਾ ਰਾਈਟ ਆਨਸਰ ਹੋਵੇਗਾ ਜੀ 3। ਅਗਲਾ ਕੁਐਸਚਨ ਦਾ ਆਨਸਰ ਦੇਖੋ ਜੀ ਕੀ ਆਊਗਾ, 14ਵੇਂ ਦਾ ਆਨਸਰ ਕੀ ਆਊਗਾ? ਸੀ ਆਊਗਾ। ਉਹ ਘੱਟੋ ਦੇ ਪਿੰਡ ਤੇ ਮਲਦਾ ਵਿਭੂਤੀ, ਉਹ ਖਾਂਦਾ ਏ ਅੱਧੀ ਤੇ ਬਣਦਾ ਏ ਸਬੂਤੀ। ਇਹਦਾ ਰਾਈਟ ਆਨਸਰ ਆਊਗਾ ਵਿਦਾਤਾ ਸਿੰਘ ਧੀਰ। ਨਾਵਲਕਾਰ ਗੁਰਦਿਆਲ ਸਿੰਘ ਨੂੰ ਕਿਹੜੇ ਨਾਵਲ ਲਈ ਗਿਆਨਪੀਠ ਪੁਰਸਕਾਰ ਮਿਲਿਆ ਸੀ? ਹਾਂਜੀ, ਇਸ ਦਾ ਰਾਈਟ ਆਨਸਰ ਹੋਵੇਗਾ ਜੀ ਪਰਸਾ। ਹਾਂਜੀ, ਮੈਂ ਇਸ ਦੀ ਸਪੈਸ਼ਲ ਵੀਡੀਓ ਬਣਾਈ ਸੀਗੀ ਕਿਹਨਾਂ ਨੂੰ ਗਿਆਨਪੀਠ ਪੁਰਸਕਾਰ, ਸਾਹਿਤ ਪੁਰਸਕਾਰ ਅਤੇ ਸਰਸਵਤੀ ਪੁਰਸਕਾਰ ਮਿਲਿਆ ਸੀ। ਇਸ ਦੇ ਵੀ 1 ਤੋਂ 2 ਤੋਂ ਮੈਨੂੰ ਲੱਗਦਾ 3 ਕੁਐਸਚਨ ਆਏ ਹੋਏ ਇਸ ਦੇ ਰਿਲੇਟਡ ਵੀ। ਅਗਲਾ ਕੁਐਸਚਨ ਵੇਖੋ, ਮਾਹੀਆਂ ਤੇ ਬਾਲੋ ਕੀ ਹੈ? ਹਾਂਜੀ, ਇਹ ਕੀ ਹੈਗਾ? ਇਹ ਕੀ ਆ? ਨਿਰੋਲ ਸ਼ਬਦੀ ਗੀਤ ਰੂਪ ਹੈ ਜੀ ਇਹ। ਇਹਦਾ ਆਨਸਰ ਇਹ ਹੈਗਾ। ਅਗਲਾ ਕੁਐਸਚਨ ਵੇਖੋ, ਸ਼ਲੋਕ ਕੀ ਹੈ? ਹਾਂਜੀ, ਸ਼ਲੋਕ ਕੀ ਹੈ ਤੁਸੀਂ ਦੱਸੋ? ਸ਼ਲੋਕ ਹੈਗਾ ਇੱਕ ਇਹ ਕਾਵਿ ਰੂਪ ਆ। ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫਰਨਾਮਾ ਕਿਹੜੀ ਭਾਸ਼ਾ ਵਿੱਚ ਲਿਖਿਆ? ਹਾਂਜੀ, ਆਹ ਦੇਖੋ ਇਹ ਕਿੰਨਾ ਸੌਖਾ ਕੁਐਸਚਨ ਹੈ। ਕਿਹੜੀ ਭਾਸ਼ਾ 'ਚ ਲਿਖਿਆ ਹੋਇਆ ਉਹਨਾਂ ਨੇ? ਫਾਰਸੀ ਭਾਸ਼ਾ 'ਚ। ਸ਼ਾਹ ਮੁਹੰਮਦ ਰਚਿਤ ਜੰਗਨਾਮਾ ਸਿੰਘਾਂ ਦੇ ਫਿਰੰਗੀਆਂ। ਹਾਂਜੀ, ਇਹ ਵੀ ਦੇਖੋ ਕਿੰਨਾ ਸੌਖਾ ਕੁਐਸਚਨ ਹੈਗਾ। ਇਸ ਦਾ ਵੀ ਰਾਈਟ ਆਨਸਰ ਹੋ ਗਿਆ ਇਤਿਹਾਸਿਕ। ਕਿਹੜੇ ਬਾਣੀਕਾਰ ਦੀ ਰਚਨਾ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ? ਇਹ ਵੀ ਦੇਖੋ ਕਿੰਨੇ ਸੌਖੇ ਸੌਖੇ ਕੁਐਸਚਨ ਪਾਏ ਹੋਏ ਨੇ। ਇਸ ਵਾਰ ਦੇਖੋ ਗੁਰਬਾਣੀ ਦੇ ਰਿਲੇਟਡ, ਸਿੱਖਾਂ ਦੇ ਰਿਲੇਟਡ ਬਹੁਤ ਹੀ ਕੁਐਸਚਨ ਆਏ ਹੋਏ ਨੇ। ਅਗਲਾ ਕੁਐਸਚਨ ਵੇਖੋ, ਸ਼ਾਹ ਹੁਸੈਨ ਦੀ ਪੰਜਾਬੀ ਰਚਨਾ ਦਾ ਮੂਲ ਰੂਪ ਕੀ ਆ? ਹਾਂਜੀ, ਇਸ ਦਾ ਆਨਸਰ ਹੋਵੇਗਾ ਜੀ ਕਾਫੀਆ। ਜਰਗ ਦੇ ਮੇਲੇ ਦੌਰਾਨ ਕਿਸ ਦੀ ਪੂਜਾ ਕੀਤੀ ਜਾਂਦੀ ਹੈਗੀ? ਸੀਤਲਾ ਮਾਤਾ ਦੀ।
ਕਹਾਣੀਕਾਰ ਬਰਿਆਮ ਸੰਧੂ ਨੂੰ ਕਿਹੜੀ ਕਹਾਣੀ ਸਿਖਾਉਣ ਲਈ ਭਾਰਤੀ ਸਾਹਿਤ ਅਕਾਦਮੀ ਦਾ ਇਨਾਮ ਮਿਲਿਆ? ਹਾਂਜੀ ਇਹ ਦੇਖੋ, ਇਸ ਦਾ ਆਨਸਰ ਹੋਵੇਗਾ ਜੀ ਚੌਥੀ ਕੂਟ ਲਈ। ਅਗਲਾ ਕੁਐਸਚਨ ਦੇਖੋ, ਦੁਰਗਾ ਪ੍ਰਬੋਧ ਪੁਸਤਕ ਕਿਸ ਦੀ ਲਿਖੀ ਹੋਈ ਹੈ? ਇਸ ਦਾ ਆਨਸਰ ਹੋਵੇਗਾ ਗਿਆਨੀ ਦਿੱਤ ਸਿੰਘ ਦੀ। ਹਾਂਜੀ ਇਹ ਪੁਸਤਕ ਗਿਆਨੀ ਦਿੱਤ ਸਿੰਘ ਜੀ ਦੀ ਲਿਖੀ ਹੋਈ ਹੈ। ਪਾਸ ਕਿਹੜੀ ਕਾਵਿ ਪ੍ਰਵਿਰਤੀ ਦਾ ਕਵੀ ਸੀ? ਇਸ ਦਾ ਰਾਈਟ ਆਨਸਰ ਹੋਵੇਗਾ ਜੀ ਜੁਝਾਰਵਾਦੀ। ਅਗਲਾ ਕੁਐਸਚਨ ਦੇਖੋ, ਬਾਗੀ ਦੀ ਧੀ ਕਹਾਣੀ ਕਿਸ ਦੀ ਲਿਖੀ ਹੈ? ਇਹ ਲਿਖੀ ਹੈ ਜੀ ਗੁਰਮੁਖ ਸਿੰਘ ਮੁਸਾਫਰ ਦੀ। ਹੇਠ ਲਿਖਿਆਂ ਵਿੱਚੋਂ ਪੁਸਤਕਾਂ ਵਿੱਚੋਂ ਡਾਕਟਰ ਬਲਵੀਰ ਸਿੰਘ ਦੀ ਵਾਰਤਕ ਪੁਸਤਕ ਕਿਹੜੀ ਹੈ? ਇਸ ਦਾ ਆਨਸਰ ਹੋਵੇਗਾ ਜੀ ਲੰਮੀ ਨਾਦਰ। ਅਗਲਾ ਕੁਐਸਚਨ ਵੇਖੋ, ਸ਼ਾਹ ਹੁਸੈਨ ਦਾ ਪੂਰਾ ਨਾਮ ਕੀ ਸੀਗਾ? ਇਸ ਦਾ ਆਨਸਰ ਹੋਵੇਗਾ ਜੀ ਮਾਧੋ ਲਾਲ ਹੁਸੈਨ। ਇਸ ਦਾ ਰਾਈਟ ਆਨਸਰ ਹੋਵੇਗਾ ਜੀ ਏ। ਪੰਜਾਬੀ ਕਵੀ ਜਸਵੰਤ ਦੀਪ ਨੂੰ ਕਿਹੜੀ ਪੁਸਤਕ ਲਈ ਸਾਹਿਤ ਅਕਾਦਮੀ ਨਵੀਂ ਦਿੱਲੀ ਦਾ ਸਾਹਿਤ ਪੁਰਸਕਾਰ ਪ੍ਰਾਪਤ ਹੋਇਆ? ਇਸ ਦਾ ਆਨਸਰ ਦੇਖੋ ਜੀ, ਇਸ ਦਾ ਆਨਸਰ ਹੋਵੇਗਾ ਇਸ ਦਾ ਆਨਸਰ ਹਾਂਜੀ ਇਸ ਦਾ ਆਨਸਰ ਹੋਵੇਗਾ ਜੀ ਕਮੰਡਲ। ਅਗਲਾ ਕੁਐਸਚਨ ਦੇਖੋ, ਵਾਰਤਕਕਾਰ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਆਪਣੀ ਸਵੈ ਜੀਵਨੀ ਦੇ ਕਿੰਨੇ ਭਾਗ ਲਿਖੇ? ਇਸ ਦਾ ਰਾਈਟ ਆਨਸਰ ਹੋਵੇਗਾ ਜੀ 3। ਉਹਨਾਂ ਨੇ ਕਿੰਨੇ ਭਾਗ ਲਿਖੇ ਸੀਗੇ? 3। ਅਗਲੇ ਕੁਐਸਚਨ ਵੇਖੋ ਜੀ, ਗੁਰੂ ਅਰਜਨ ਦੇਵ ਜੀ ਦੁਆਰਾ ਲਿਖੀ ਰਚਨਾ 52 ਅੱਖਰੀ ਕਿਹੜੀ ਲਿਪੀ ਦੇ ਅੱਖਰਾਂ ਨੂੰ ਆਧਾਰ ਬਣ ਕੇ ਲਿਖੀ ਗਈ ਸੀਗੀ? ਇਸ ਦਾ ਆਨਸਰ ਹੋਵੇਗਾ ਦੇਵਨਾਗਰੀ ਲਿਪੀ। ਇਸ ਦਾ ਆਨਸਰ ਸੀ ਹੋਵੇਗਾ ਜੀ। ਨਾਟਕ ਸਾਹਿਤ ਰੂਪ ਬਾਕੀ ਸਾਹਿਤ ਰੂਪਾਂ ਨਾਲੋਂ ਕੀ ਅੰਤਰ ਆ? ਹਾਂਜੀ ਇਹਦੇ ਵਿੱਚ ਕੀ ਅੰਤਰ? ਇਹਦੇ ਵਿੱਚ ਕੀ ਆ? ਰੰਗਮੰਚ ਦਾ ਅੰਤਰ ਹੁੰਦਾ ਗਾ 32 ਵਿੱਚ ਹੀ। ਅਗਲਾ ਕੁਐਸਚਨ ਵੇਖੋ, ਅਗਲੇ ਕੁਐਸਚਨ ਦਾ ਆਨਸਰ ਹੋਊਗਾ ਪਿੱਲੂ ਨੇ ਕਿੱਸੇ ਮਿਰਜ਼ਾ ਸਾਹਿਬਾਂ ਦੀ ਰਚਨਾ ਕਿਸ ਕਾਵਿ ਰੂਪ ਵਿੱਚ ਕੀਤੀ? ਹਾਂਜੀ ਇਹ ਦੇਖੋ, ਇਹ ਕਿੰਨਾ ਸੌਖਾ ਕੁਐਸਚਨ ਆ, ਇਹ ਪਹਿਲਾਂ ਵੀ ਆਇਆ ਪੇਪਰਾਂ 'ਚ। ਇਹਦਾ ਰਾਈਟ ਆਨਸਰ ਹੋ ਗਿਆ ਸਦ। ਹਾਫਿਜ਼ ਬਰਖੁਦਾਰ ਨੇ ਸਭ ਤੋਂ ਪਹਿਲਾਂ ਕਿਹੜਾ ਕਿੱਸਾ ਲਿਖਿਆ? ਹਾਂਜੀ ਇਸ ਦਾ ਆਨਸਰ ਹੋਵੇਗਾ ਜੀ ਯੂਸਫ ਜ਼ੁਲੇਖਾ। ਹਾਂਜੀ ਇਹ ਤੁਸੀਂ ਦੇਖਿਓ 117ਵੇਂ ਕੁਐਸਚਨ ਦੇ ਨਾਲ ਰਿਲੇਟਡ ਕਰਦਾ ਹੈ, ਉੱਥੇ ਇਸ ਦਾ ਆਨਸਰ ਹੋਊਗਾ ਵੀ ਕਿਹੜਾ ਕਿੱਸਾ ਪਹਿਲਾਂ ਲਿਖਿਆ ਜਾਂ ਜਿਵੇਂ ਵੀ ਲਿਖਿਆ। ਸ਼ੇਖ ਫਰੀਦ ਜੀ ਨੇ ਕੁੱਲ ਕਿੰਨੇ ਸ਼ਬਦਾਂ ਤੇ ਸ਼ਲੋਕ ਲਿਖੇ? ਇਸ ਦਾ ਰਾਈਟ ਆਨਸਰ ਹੋਵੇਗਾ 112 ਸ਼ਲੋਕ ਤੇ 4 ਸ਼ਬਦ ਲਿਖੇ। ਅਗਲਾ ਕੁਐਸਚਨ ਦੇਖੋ, ਪਰੀ ਕਹਾਣੀ ਵਿੱਚ ਪਰੀ ਸ਼ਬਦ ਕਿਹੜੀ ਭਾਸ਼ਾ ਦਾ? ਹਾਂਜੀ ਪਰੀ ਸ਼ਬਦ ਕਿਹੜੀ ਭਾਸ਼ਾ ਦਾ? ਇਹ ਕੀ ਆ? ਹਿੰਦੀ ਭਾਸ਼ਾ ਦਾ ਸ਼ਬਦ ਆ ਪਰੀ। ਕਿੱਸਾ ਸ਼ਬਦ ਕਿਹੜੀ ਭਾਸ਼ਾ ਦਾ ਹੈ? ਹਾਂਜੀ ਹੁਣ ਕਿੱਸਾ ਸ਼ਬਦ ਦੇਖੋ ਜੀ ਕਿਹੜੀ ਭਾਸ਼ਾ ਦਾ ਹੈਗਾ? ਇਸ ਦਾ ਆਨਸਰ ਹੋਵੇਗਾ ਜੀ ਅਰਬੀ ਭਾਸ਼ਾ ਦਾ। ਅਗਲਾ ਕੁਐਸਚਨ, ਬਾਂਸਮਤੀ ਦੀ ਮਹਿਕ ਕਹਾਣੀ ਸੰਗ੍ਰਹਿ ਕਿਸ ਦਾ ਲਿਖਿਆ ਹੋਇਆ ਹੈਗਾ? ਹਾਂਜੀ ਇਹ ਕਿਹਦਾ ਲਿਖਿਆ ਹੋਇਆ ਹੈਗਾ? ਨਵਤੇਜ ਸਿੰਘ ਦਾ। ਕਹਾਣੀਕਾਰ ਨਾਨਕ ਸਿੰਘ ਦੀ ਪਹਿਲੀ ਕਹਾਣੀ ਰਾਖੀ ਰੱਖੜੀ ਕਦੋਂ ਛਪੀ ਸੀਗੀ? ਹਾਂਜੀ ਇੱਥੇ ਥੋੜੀ ਮਿਸਪ੍ਰਿੰਟਿੰਗ ਆ, ਇਹਦਾ ਆਨਸਰ ਹੋਵੇਗਾ 1927 ਵਿੱਚ। ਅਗਲਾ ਕੁਐਸਚਨ ਵੇਖੋ, ਬਲਵੰਤ ਗਾਰਗੀ ਦਾ ਇਕਾਂਗੀ ਸੰਗ੍ਰਹਿ ਪੱਤਨ ਦੀ ਵੇੜੀ ਕਦੋਂ ਪ੍ਰਕਾਸ਼ਿਤ ਹੋਇਆ ਸੀ? ਇਸ ਦਾ ਆਨਸਰ ਹੋਵੇਗਾ ਜੀ 1975 ਵਿੱਚ। ਨਾਵਲਕਾਰ ਨਾਨਕ ਸਿੰਘ ਨੂੰ ਕਿਹੜੇ ਨਾਵਲ ਲਈ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ? ਇਸ ਦਾ ਆਨਸਰ ਹੋਵੇਗਾ ਜੀ ਇੱਕ ਮਿਆਨ ਦੋ ਤਲਵਾਰਾਂ। ਹਾਂਜੀ ਇਹ ਪੇਪਰ ਬਹੁਤ ਹੀ ਸੌਖਾ ਸੀਗਾ। ਨਾਦਰ ਸ਼ਾਹ ਦੀ ਵਾਰ ਕਿਸ ਕਾਲ ਦੀ ਰਚਨਾ ਹੈ? ਇਸ ਦਾ ਆਨਸਰ ਹੋਵੇਗਾ ਜੀ ਇਹ ਉੱਤਰ ਨਾਨਕ ਕਾਲ ਦੀ ਰਚਨਾ। ਬਾਬਾ ਬਲਵੰਤ ਦੇ ਕਿਹੜੇ ਕਾਵਿ ਸੰਗ੍ਰਹਿ ਹਨ? ਹਾਂਜੀ ਇਸ ਦਾ ਆਨਸਰ ਹੋਵੇਗਾ ਜੀ ਅਮਰ ਗੀਤ ਅਤੇ ਜਵਾਲਾਮੁਖੀ। ਬੁਝਾਰਤ ਤੋਂ ਕੀ ਭਾਵ ਹੈ? ਇਸ ਦਾ ਆਨਸਰ ਹੋਵੇਗਾ ਜੀ ਗੁੰਝਲ ਜਾਂ ਉਡਾਉਣੀ। ਪਤਝੜ ਦੀ ਪੰਜੇਬ ਤੇ ਸੂਰ ਜ਼ਮੀਨ ਕਿਹੜੇ ਕਵੀ ਦੀਆਂ ਰਚਨਾਵਾਂ ਹਨ? ਇਸ ਦਾ ਆਨਸਰ ਹੋਵੇਗਾ ਸੁਰਜੀਤ ਪਾਤਰ। ਮਨ ਦੀਆਂ ਮਨ ਵਿੱਚ ਇਕਾਂਗੀ ਕਿਸ ਦਾ ਲਿਖਿਆ ਹੋਇਆ ਹੈ? ਇਸ ਦਾ ਆਨਸਰ ਹੋਵੇਗਾ ਹਰਚਰਨ ਸਿੰਘ। ਹਾਂਜੀ ਮਨ ਦੀਆਂ ਮਨ ਇਕਾਂਗੀ ਹਰਚਰਨ ਸਿੰਘ ਦੀ ਲਿਖੀ ਹੋਈ ਹੈ। ਅੱਗੇ ਦੇਖੋ ਜੀ, ਡਾਕਟਰ ਮਹਿੰਦਰ ਸਿੰਘ ਰੰਧਾਵਾ ਨੇ ਆਪਣੇ ਜੀਵਨ ਦਾ ਹਾਲ ਕਿਸ ਪੁਸਤਕ ਵਿੱਚ ਲਿਖਿਆ? ਇਸ ਦਾ ਹਾਂਜੀ ਇਸ 'ਚ ਦੇਖੋ ਦੋ ਆਪਸ਼ਨ ਦਿੱਤੀਆਂ ਪਈਆਂ ਨੇ। ਇਸ ਦੀ ਤੁਹਾਨੂੰ ਗ੍ਰੇਸ ਵੀ ਮਿਲ ਸਕਦੀ ਹੈ, ਪਰ ਮਿਲੂਗੀ ਗ੍ਰੇਸ, ਬਟ ਇਸ ਦਾ ਰਾਈਟ ਆਨਸਰ ਹੋਵੇਗਾ ਮੇਰਾ ਨਾਨਕਾ ਪਿੰਡ। ਅਗਲਾ ਕੁਐਸਚਨ ਦੇਖੋ, ਕੁਲਵੰਤ ਸਿੰਘ ਵਿਰਕ ਨੇ ਨਵੇਂ ਲੋਕ ਪੁਸਤਕ ਲਈ ਭਾਰਤ ਸਾਹਿਤ ਅਕਾਦਮੀ ਅਵਾਰਡ ਕਦੋਂ ਮਿਲਿਆ? ਇਸ ਦਾ ਆਨਸਰ ਦੇਖੋ ਜੀ 1968 ਵਿੱਚ। ਹਾਂਜੀ ਤੁਸੀਂ ਆਪ ਹੀ ਦੇਖ ਸਕਦੇ ਹੋ ਅਵਾਰਡ ਦੇ ਰਿਲੇਟਡ ਲਗਭਗ ਆਪਾਂ ਨੇ 3 ਕੁਐਸਚਨ ਹਜੇ ਕੰਪਲੀਟ ਕਰਤੇ ਉੱਪਰ, ਇੱਕ ਨੱਦਾ ਹਜੇ ਹੋਰ ਆ ਜਾਊਗਾ। ਹਾਂਜੀ ਇਦੂ ਗਾਹਾਂ ਵਾਲੇ ਦੇ ਕੁਐਸਚਨ ਦਾ ਦੇਖੋ 49ਵੇਂ ਦਾ ਆਨਸਰ ਕੀ ਆਊਗਾ? ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਇਸ ਦਾ ਆਨਸਰ ਹੋਵੇਗਾ ਜੀ ਸੰਬੋਧਨੀ ਸੁਰ। ਹਾਂਜੀ ਇਹਦੇ ਵਿੱਚ ਕਿਹੜੀ ਸੁਰ ਆ ਗਈ? ਸੰਬੋਧਨੀ ਸੁਰ ਆ ਗਈ। ਆਨਸਰ ਬੀ ਹੈ ਇਹਦਾ। ਚੰਡੀ ਦੀ ਵਾਰ ਦੀ ਕਥਾ ਕਿਸ ਪੁਰਾਣ ਵਿੱਚ ਮਿਲਦੀ ਆ? ਹਾਂਜੀ ਇਸ ਦਾ ਆਨਸਰ ਹੋਵੇਗਾ ਜੀ ਮਾਰਕੰਡੇ ਪੁਰਾਣ ਵਿੱਚ। ਗੁਰੂ ਨਾਨਕ ਦੇਵ ਜੀ ਨੇ ਕੁੱਲ ਕਿੰਨੀਆਂ ਵਾਰਾਂ ਰਚੀਆਂ? ਹਾਂਜੀ ਇਸ ਦਾ ਆਨਸਰ ਦੇਖੋ
ਉਹਨਾਂ ਨੇ ਕਿੰਨੀਆਂ ਵਾਰਾਂ ਰਚੀਆਂ ਸੀਗੀਆਂ? 4। ਗੁਰੂ ਨਾਨਕ ਦੇਵ ਜੀ ਨੇ 4 ਵਾਰਾਂ ਰਚੀਆਂ ਸੀ। ਅਗਲਾ ਕੁਐਸਚਨ ਵੇਖੋ, ਨਾ ਸੌਰੀ, ਗੁਰੂ ਨਾਨਕ ਦੇਵ ਜੀ ਨੇ 3 ਵਾਰਾਂ ਰਚੀਆਂ ਸੀ। ਹਾਂਜੀ, ਇਹਦਾ ਰਾਈਟ ਆਂਸਰ ਹੋ ਗਿਆ ਡੀ, 3 ਵਾਰਾਂ। ਸੇਕਰ ਇਕਾਂਗੀ ਸੰਗ੍ਰਹਿ ਕਿਸ ਦਾ ਲਿਖਿਆ ਹੋਇਆ ਹੈ? ਇਹਦਾ ਰਾਈਟ ਆਂਸਰ ਹੋਵੇਗਾ ਜੀ ਸੰਤ ਸਿੰਘ ਸੇਖੋਂ ਦਾ। ਅਗਲਾ ਕੁਐਸਚਨ ਵੇਖੋ, ਵਾਰਤਕ ਬਿਹਾਰੀ ਲਾਲਪੁਰੀ ਦਾ ਜਨਮ ਕਿਹੜੇ ਜ਼ਿਲ੍ਹੇ ਵਿੱਚ ਹੋਇਆ? ਇਸ ਦਾ ਆਂਸਰ ਹੋਵੇਗਾ ਗੁਰਦਾਸਪੁਰ। ਇਹਨਾਂ ਦਾ ਜਨਮ ਕਿੱਥੇ ਹੋਇਆ ਸੀਗਾ? ਗੁਰਦਾਸਪੁਰ ਦੇ ਵਿੱਚ। ਨਿਰੰਜਨ ਤਸਨੀਮ ਦਾ ਨਾਵਲ ਗੁਆਚੇ ਅਰਥ ਕਿਹੜੀ ਸਮੱਸਿਆ ਨਾਲ ਸੰਬੰਧਿਤ ਹੈ? ਇਸ ਦਾ ਆਂਸਰ ਹੋਵੇਗਾ ਜੀ ਪੰਜਾਬ ਦੀ ਸਮੱਸਿਆ ਨਾਲ ਸੰਬੰਧਿਤ ਆ। ਅਗਲਾ ਕੁਐਸਚਨ ਵੇਖੋ, ਬੁਗਦੂ ਕੀ ਹੈ? ਹਾਂਜੀ, ਬੁਗਦੂ ਇਹ ਤਾਂ ਇੱਕ ਸੁਰੰਗ ਜਿਹੀ ਹੁੰਦੀ ਹੈ ਜਿਹੜੀ ਆਪਾਂ ਬਚਾਉਣੇ ਹੁੰਦੇ ਆ। ਇਸ 'ਚ 2 ਆਪਸ਼ਨਾਂ ਦਿੱਤੀਆਂ ਹੋਈਆਂ ਨੇ, ਇਹਦੀ ਜ਼ਿਆਦਾਤਰ ਰਾਈਟ ਆਂਸਰ ਸੀ ਆ ਸਕਦਾ ਗਾ। ਅਗਲਾ ਕੁਐਸਚਨ ਵੇਖੋ, ਏ 'ਚ ਵੀ ਡਾਟ ਹੈ ਤੇ ਸੀ 'ਚ ਵੀ, ਬਟ ਜਿੱਥੇ ਤੱਕ ਮੇਰਾ ਆਈਡੀਆ ਇਸ ਦਾ ਆਂਸਰ ਸੀ ਹੀ ਹੋਵੇਗਾ। ਅਗਲਾ ਕੁਐਸਚਨ ਵੇਖੋ, ਈਸ਼ਵਰ ਚੰਦਰ ਨੰਦਾ ਦਾ ਨਾਟਕ ਸੁਭੱਦਰਾ ਦਾ ਵਿਸ਼ਾ ਕਿਸ ਸਮੱਸਿਆ ਨਾਲ ਸੰਬੰਧਿਤ ਆ? ਇਸ ਦਾ ਆਂਸਰ ਹੋਵੇਗਾ ਜੀ ਵਿਧਵਾ ਵਿਆਹ ਨਾਲ। ਅਗਲੇ ਕੁਐਸਚਨ ਵੇਖੋ, ਕਾਦਰ ਯਾਰ ਰਚਿਤ ਪੂਰਨ ਭਗਤ, ਹਾਂਜੀ, ਸੱਚਾ ਆਖਾਂ ਬੇਟਾ ਕਿੱਥੋਂ ਆਇਆ? ਇਸ ਦਾ ਆਂਸਰ ਕੀ ਹੋਵੇਗਾ? 57 ਦਾ। 57 ਦਾ ਆਂਸਰ ਹੋਗਾ ਬਾਤਸਲ ਪਿਆਰ ਦਾ। ਹਾਂਜੀ, ਇਹਦੀ ਆਪਸ਼ਨ ਕੀ ਹੋਗੀ? ਬੀ ਰਾਈਟ ਆਂਸਰ ਆ। ਬਾਰੇ ਸ਼ਾਹ ਨਾ ਮੁੜਾ ਰਨੜੇ ਤੋਂ ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ, ਹਾਂਜੀ, ਇਹ ਕੀ ਆਂਸਰ ਹੈ ਇਸ ਦਾ? ਇਸ ਦਾ ਆਂਸਰ ਹੈਗਾ ਜੀ ਸਮਾਜ ਨੂੰ। ਹਾਂਜੀ, ਬਾਪ ਦੇ ਬਾਪ ਦਾ ਬਾਪ ਕਿਸ ਨੂੰ ਕਹਿੰਦੀ ਹੈ? ਸਮਾਜ ਨੂੰ ਕਹਿੰਦੀ ਹੈ। ਅਗਲਾ ਕੁਐਸਚਨ ਵੇਖੋ, ਦਲੀਪ ਕੌਰ ਟਿਵਾਣਾ ਦੀ ਸਵੈ ਜੀਵਨੀ ਦਾ ਨਾਮ? ਹਾਂਜੀ, ਉਹਨੇ ਦੇਖੋ ਇਹ ਕਿੰਨਾ ਸੌਖਾ ਕੁਐਸਚਨ ਪਾਇਆ ਹੋਇਆ। ਇਸ ਦਾ ਆਂਸਰ ਹੋਵੇਗਾ ਨੰਗੇ ਪੈਰਾਂ ਦਾ ਸਫ਼ਰ। ਮੇਰਾ ਮੁਰਸ਼ਦ ਸ਼ਾਹ ਇਨਾਇਤ ਉਹ ਲੰਘਦੇ ਲੰਘਾਏ ਪਾਰ ਕਿਹੜੇ ਕਵੀ ਦੀਆਂ ਸਤਰਾਂ ਹਨ? ਹਾਂਜੀ, ਇਸ ਦਾ ਆਂਸਰ ਹੋਵੇਗਾ ਜੀ ਬੁੱਲੇ ਸ਼ਾਹ ਦੀਆਂ। ਅਗਲਾ ਕੁਐਸਚਨ ਵੇਖੋ, ਦਾਮੋਦਰ ਨੇ ਹੀਰ ਦਾ ਕਿੱਸਾ ਕਿਹੜੇ ਸੰਦ ਵਿੱਚ ਲਿਖਿਆ? ਇਸ ਦਾ ਆਂਸਰ ਹੋਵੇਗਾ ਜੀ ਦਵੱਇਆ। ਅਗਲਾ ਕੁਐਸਚਨ ਦੇਖੋ, ਸ਼ੀਲਾ ਬਹੁਤ ਸੋਹਣਾ ਗਾਉਂਦੀ ਹੈ, ਵਾਕ ਵਿੱਚ ਸੋਹਣਾ ਕਿਸ ਸ਼ਬਦ ਸ਼੍ਰੇਣੀ ਵਿੱਚ ਆਉਂਦਾ? ਇਸ ਦਾ ਆਂਸਰ ਹੋਵੇਗਾ ਜੀ ਵਿਸ਼ੇਸ਼ਣ। ਹਾਂਜੀ, ਇਹ ਕੀ ਹੈ? ਸੋਹਣਾ ਕੀ ਇੱਕ ਵਿਸ਼ੇਸ਼ਣ, ਵਿਸ਼ੇਸ਼ਤਾ ਦੱਸ ਰਿਹਾ। ਪਠਿਆਰਾ ਦਾ ਇਸਤਰੀ ਲਿੰਗ ਕੀ ਹੈ? ਇਸ ਦਾ ਆਂਸਰ ਹੋਵੇਗਾ ਜੀ ਪਠਿਆਰਨ। ਪੰਜਾਬੀ ਵਿੱਚ ਤੱਤਾ ਥੱਥਾ ਦੱਦਾ ਕਿਹੜੀਆਂ ਧੁਨੀਆਂ ਹਨ? ਹਾਂਜੀ, ਇਹਦਾ ਆਂਸਰ ਹੋ ਗਿਆ ਦੰਤੀ ਧੁਨੀਆਂ। ਮੇਜ਼ ਉੱਪਰ ਪੁਸਤਕਾਂ ਪਈਆਂ ਹਨ, ਇਸ ਵਾਕ ਵਿੱਚ ਮੇਜ਼ ਉੱਪਰ ਦਾ ਕਾਰਕ ਕਿਹੜਾ ਹੈ? ਇਸ ਦਾ ਆਂਸਰ ਹੋਵੇਗਾ ਜੀ 65 ਦਾ ਸੰਪਰਦਾਨ ਕਾਰਕ। ਅਗਲਾ ਕੁਐਸਚਨ ਵੇਖੋ, ਗੁਰਮੁਖ ਲਿਪੀ ਵਿੱਚ ਕੁੱਲ ਕਿੰਨੀਆਂ ਲਗਾ ਮਾਤਰਾ ਹਨ? ਇਹ ਦੇਖੋ ਜੀ, ਹਾਂਜੀ, ਇਹ ਕਿੰਨਾ ਆਂਸਰ ਸੌਖਾ ਸੀਗਾ ਇਹਦਾ। ਇਹਦਾ ਆਂਸਰ ਕੀ ਸੀਗਾ? 10। ਹੇਠ ਲਿਖਿਆਂ ਵਿੱਚੋਂ ਮਲਵਈ ਉਪਭਾਸ਼ਾ ਦਾ ਖੇਤਰ ਕਿਹੜਾ ਹੈਗਾ? ਹਾਂਜੀ, 67 ਦਾ ਆਂਸਰ ਦੇਖੋ ਕੀ ਆਊਗਾ ਜੀ ਬੀ, ਫਿਰੋਜ਼ਪੁਰ। ਸਮਾਸੀ ਸ਼ਬਦਾਂ ਦੀ ਸੰਰਚਨਾ ਕਿਵੇਂ ਹੁੰਦੀ ਆ? ਇਸ ਦਾ ਆਂਸਰ ਆਵੇਗਾ ਜੀ ਏ, 2 ਮੁਕਤੀ ਜਾਂ ਬੰਦੇ ਜੀ ਸ਼ਬਦ ਰੂਪਾਂ ਵਿੱਚ। ਹੇਠਾਂ ਲਿਖਿਆਂ ਵਿੱਚੋਂ ਲਗਾ ਅੱਖਰ ਕਿਹੜੇ ਹਨ? ਇਹਦਾ ਰਾਈਟ ਆਂਸਰ ਹੋਵੇਗਾ ਜੀ 69 ਦਾ ਸੀ, ਬਿੰਦੀ ਟਿੱਪੀ ਆਦਿਕ। ਕਾਲ ਤੋਂ ਕੀ ਭਾਵ ਹੈ? ਇਸ ਦਾ ਆਂਸਰ ਹੋਵੇਗਾ ਕਿਰਿਆ ਦਾ ਕੋਈ ਕੰਮ ਹੋਣਾ। ਅਗਲਾ ਕੁਐਸਚਨ ਦੇਖੋ, ਕੋ ਨਾ ਚੱਲੀ ਬਾਬਾ ਤਿਹਾਈ ਕੀ ਹੈ? ਹਾਂਜੀ, ਇਹ ਕੀ ਹੈ? ਇੱਕ ਅਖਾਣ ਹੈਗਾ। ਦੁਆਬੀ ਭਾਸ਼ਾ ਦਾ ਇਲਾਕਾ ਕਿਹੜੇ 2 ਦਰਿਆਵਾਂ ਦਾ ਇਲਾਕਾ ਹੈ? ਹਾਂਜੀ, ਇਸ ਦਾ ਆਂਸਰ ਹੋਵੇਗਾ ਜੀ ਸਤਲੁਜ ਤੇ ਬਿਆਸ। ਭਾਸ਼ਾ ਦਾ ਪ੍ਰਕਾਰਜ ਕੀ ਹੈ? ਹਾਂਜੀ, ਇਸ ਦਾ ਕੀ ਆ? ਸੰਚਾਰ। ਅਗਲਾ ਕੁਐਸਚਨ ਵੇਖੋ, ਭਾਸ਼ਾ ਦੀ ਛੋਟੀ ਤੋਂ ਛੋਟੀ ਅਰਥਹੀਨ ਇਕਾਈ ਕਿਹੜੀ ਆ? ਹਾਂਜੀ, ਇਸ ਦਾ ਆਂਸਰ ਹੋਵੇਗਾ ਜੀ ਧੁਨੀ। ਬਾਵੇ ਦੀ ਥਾਂ ਬੱਬਾ ਕਿਹੜੀ ਉਪਭਾਸ਼ਾ ਵਿੱਚ ਵਰਤਿਆ ਜਾਂਦਾ ਹੈਗਾ? ਇਸ ਦਾ ਆਂਸਰ ਹੋਵੇਗਾ ਜੀ ਦੁਆਬੀ ਵਿੱਚ। ਭਾਸ਼ਾ ਕੀ ਹੈ? ਇਸ ਦਾ ਆਂਸਰ ਹੋਵੇਗਾ ਚਿੰਨ੍ਹ ਰੂਪ। ਪ੍ਰਣਾਮ ਕਿੰਨੀ ਤਰ੍ਹਾਂ ਦੇ ਹੁੰਦੇ ਹਨ? ਹਾਂਜੀ, ਇਹ ਦੇਖ ਲਓ, ਇਹ ਤਾਂ ਸਾਰਿਆਂ ਨੂੰ ਹੀ ਪਤਾ ਹੈਗਾ ਪ੍ਰਣਾਮ ਕਿੰਨੀ ਤਰ੍ਹਾਂ ਦੇ ਹੁੰਦੇ ਹਨ। ਇਸ ਦਾ ਆਂਸਰ ਹੋਵੇਗਾ ਜੀ 6। ਅਗਲਾ ਕੁਐਸਚਨ ਵੇਖੋ, ਹੇਠ ਦਿੱਤੇ ਸ਼ਬਦਾਂ ਵਿੱਚ ਅਵਿਕਾਰੀ ਸ਼ਬਦ ਕਿਹੜੇ ਹਨ? ਇਸ ਦਾ ਆਂਸਰ ਹੋਵੇਗਾ ਅਵਿਕਾਰੀ ਕਿਹੜੇ ਨੇ? ਨੇ ਤੇ ਨੂੰ। ਕਾਮਾਂ ਦੇ ਆਖੇ ਡੈਸ਼ ਨਹੀਂ ਮਰਦੇ, ਖਾਨ ਨੂੰ ਪੂਰਾ ਕਰੋ। ਇਸ ਦਾ ਆਂਸਰ ਹੋਵੇਗਾ ਜੀ ਢੋਰ। ਨਾਸਿਕਤਾ ਦਾ ਧੁਨੀ ਪ੍ਰਵਰਗ ਕਿਹੜਾ ਹੈ? ਇਸ ਦਾ ਆਂਸਰ ਹੋਵੇਗਾ ਜੀ ਅਖੰਡੀ। ਪੰਜਾਬੀ ਵਿੱਚ ਵਾਕਾਂ ਦੀ ਤਰਤੀਬ ਕਿਵੇਂ ਹੁੰਦੀ ਆ? ਹਾਂਜੀ, ਪਹਿਲਾਂ ਕੀ ਹੁੰਦਾ? ਕਰਤਾ ਹੁੰਦਾ, ਫਿਰ ਕਰਮ ਹੁੰਦਾ, ਫਿਰ ਕੀ ਹੁੰਦੀ ਆ? ਕਿਰਿਆ। ਅਗਲਾ ਕੁਐਸਚਨ ਦੇਖੋ, ਵਰਤਮਾਨ ਵਿੱਚ ਪੰਜਾਬੀ ਵਰਨਮਾਲਾ ਵਿੱਚ ਫਾਰਸੀ ਦੀਆਂ ਧੁਨੀਆਂ ਨੂੰ ਮਿਲਾ ਕੇ ਕੁੱਲ ਕਿੰਨੇ ਅੱਖਰ ਹਨ? ਇਸ ਦਾ ਆਂਸਰ ਹੋਵੇਗਾ 41। ਹੇਠ ਲਿਖਿਆਂ ਵਿੱਚੋਂ ਸੰਗੋਸ ਅਲਪ ਪ੍ਰਾਣ ਵਿਅੰਜਨ ਕਿਹੜੇ ਹਨ? ਇਸ ਦਾ ਆਂਸਰ ਹੋਵੇਗਾ ਜੀ ਬੱਬਾ, ਦੱਦਾ, ਡੱਡਾ।
ਅੱਧਕ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ? ਇਸ ਦਾ ਆਨਸਰ ਹੋਵੇਗਾ ਜੀ ਬਲ ਅਤੇ ਦੁੱਤ ਅੱਖਰਾਂ ਵਿੱਚ। ਇਸ ਦਾ ਰਾਈਟ ਆਨਸਰ ਹੋਗਾ ਬੀ। ਤਦਭਵ ਸ਼ਬਦ ਕਿਹੜੇ ਹੁੰਦੇ ਨੇ? ਹੁਣ ਆਹ ਦੇਖੋ ਜੀ, ਤਦਭਵ ਸ਼ਬਦ ਕਿਹੜੇ ਹੁੰਦੇ ਆ? ਭਾਸ਼ਾ ਦੇ ਮੌਲਿਕ ਰੂਪ ਵਿੱਚ ਗ੍ਰਹਿਣ ਕੀਤੇ ਜਾਣ ਵਾਲੇ। ਇਹਦਾ ਆਨਸਰ ਡੀ ਹੋਵੇਗਾ। ਦੁੱਤ ਅੱਖਰ ਕਿਹੜੇ ਹੁੰਦੇ ਹਨ? ਜਿਹੜੇ ਕੀ ਹੁੰਦੇ ਆ? ਅੱਧੇ ਰੂਪ ਵਿੱਚ ਕਿਸੇ ਪੂਰੇ ਅੱਖਰ ਦੇ ਪੈਰ ਦੇ ਵਿੱਚ ਲਿਖੇ ਜਾਣ ਵਾਲੇ। ਆਲੇ ਕੁਐਸਚਨ ਵੇਖੋ, ਕਿਹੜੀਆਂ ਧੁਨੀਆਂ ਦੇ ਉਚਾਰਨ ਸਮੇਂ ਜੀਵ ਦੀ ਸਥਿਤੀ ਤੇ ਉਚਾਈ ਦਾ ਮਹੱਤਵ ਹੁੰਦਾ ਹੈ? ਇਸ ਦਾ ਆਨਸਰ ਹੋਵੇਗਾ ਜੀ ਸਵਰ। ਇਹ ਬੀ ਆਨਸਰ ਹੋਵੇਗਾ। ਵਾਕ ਵਿੱਚ ਦੋ ਬਿੰਦੀ ਡੈਸ਼ ਦੀ ਵਰਤੋਂ ਕਦੋਂ ਕੀਤੀ ਜਾਂਦੀ ਆ? 88 ਦਾ ਆਨਸਰ ਹੋਵੇਗਾ ਵੇਰਵਾ ਦੇਣ ਲਈ। इसका आंसर की होगा डी। बाहर ते बहार विच किस दा अंतर आ? हाँ जी, ये किहदा अंतर हैगा? संगम का। इस विच संगम का अंतर है। अगला क्वेश्चन देखो। हाँ जी, एक पैरा दिता हुआ सी, पैरे ते देख लो। पैरां विच मुकदमा किस नूं कहा गया हैगा? इसदा राइट आंसर होगा जी मामला उगराहण वाले नूं। हाँ जी, इदू गाले 91 का आंसर आऊगा जी अपना पैरे विच आए शब्द अपने समय दे तो की भाव है? इसका आंसर होगा बी समका। अगला क्वेश्चन देखो। पैरे विच आया शब्द आर्जकता किस गल नूं प्रगटाउंदा है? इसका आंसर होगा ए खुशहाल राज। अगला क्वेश्चन देखो, अगे भी एक होर पैरा। इसका राइट आंसर होगा 93 का जी ए। घरेलू जीवन ते काव्य रचना दोवें सहज रूपी हैं। इसका राइट आंसर होगा ए। बिंदी वाला देख लो लगा मात्रावां नाल हुंदी है। इसका राइट आंसर होगा जी सी से नाल हुंदी है। किहड़ा शब्द विकारी है? इसका राइट आंसर होगा पर, जिवें परोपकारी हो गया। ठीक है, अगे देखो अर्धस्वर डैश अखर है, इन्हां चों अर्धस्वर किहड़ा जी? जईया। इसका राइट आंसर होगा बी। अद्धक की वरतों कितनियां लगा मात्रावां नाल हुंदी है? इसका आंसर होगा जी 3 नाल। अद्धक की वरतों 3 लगा मात्रावां नाल हुंदी है। स्वर वाहक किन्ने हुंदे हन? इसका आंसर होगा 3। इसका भी आंसर की होगा 3 होगा। नासकी व्यंजन किहड़ा हैगा? हाँ जी, नासकी व्यंजन हैगा नाना। भाववाचक नाम किहड़ा है? इसका आंसर होगा जी गमी। हाँ जी, आप भावां नूं प्रगट करदा। डैश वाक दे अंग हुंदे हन? इसका राइट आंसर होगा जी उदेश ते विदे। किस काव्य रूप में अखर क्रम विच लिख सकते हाँ? हाँ जी, इसका राइट आंसर होगा जी पट्टी। अगला क्वेश्चन देखो। पिल्लू की किहड़ी रचना है? हाँ जी, इसका आंसर होगा जी मिर्जा साहिबा। हायो रब्बा हाय मां बिस्मक किहड़ी किस्म के वाक हैं? हाँ जी, इसका आंसर होगा जी बी। इसका आंसर होगा जी शोकवाचक बिस्मक। धनी राम चातरिक का काव्य रचना किहड़ी है? नल ते दमयंती। पल्ले नी तेला करदी मेला मेले का संबंध किहदे नाल हैगा? इसका आंसर होगा जी अखाण। हाँ जी, ये की है? एक अखाण है। लोक गहने का सही जुट कैंठा ते हार। सी आंसर आऊगा इसदा। बुल्ले शाह ने किहड़े काव्य रूप विच रचना नहीं की? हाँ जी, इसका आंसर होगा जी शब्द ते ड्योड़ विच। हाँ जी, बुल्ले शाह ने शब्द ते ड्योड़ दे विच रचना नहीं की। किहड़ा जुट सही आ? सही नहीं। हाँ जी, जिहड़ी अरसी है वह भी प्रिंसीपल तेजा की लिखी है। उमर दा पंध संत सिंह सेखो दी। मेरी दुनिया नानक सिंह दी। बट जिहड़ी रसीदी टिकट आ वह बलवंत गार्गी दी नहीं हैगी, ये किहदी आ? अमृता प्रीतम दी आ। वो बच्चा शरारती है वाक विच विशेषण चुनो। इसका आंसर होगा जी शरारती। अगला क्वेश्चन देखो। हीर दमोदर दी भाषा किहड़ी है? इसका आंसर होगा जी झांगी। मेरा स्कूल तेरे घर तो परे है वाक विच परे की आ? इसका आंसर होगा जी पूर्ण संबंधक। पंजाबी लोक कहानियों का प्राचीन बनगी है? इसका आंसर होगा जी नीति कथावां। अगले क्वेश्चन देखो। बारहमां माज बाणी किस गुरु की रचना है? इसका आंसर होगा जी गुरु अर्जन देव जी की। शिव कुमार बटालवी का जन्म कदों होया सीगा? 8 अक्तूबर 1937 विच। गुरु नानक देव जी ने 12 माह की रचना किस राग विच कीती सीगी? इसका आंसर होगा जी राग तुखारी राग विच। अगे क्वेश्चन देखो। यूसुफ जलेखा किस्से दे
सब तो पहला किसने रचना की? हाँ जी, ये देख लो, पिछले क्वेश्चन नाल दा गया, उत्थे पुछया सी भी किने लिखिया सीगा, तो इत्थे इसका राइट आंसर होगा जी हाफिज बरखुरदार ने। इदू गां वाले क्वेश्चन देखो 118 का आंसर होगा जी सी गुरु अर्जन देव जी। अगे देखो, हाँ जी, ये उपरोक्त पंक्तियां का रचनाहार कौन हैगा? इसका राइट आंसर होगा जी, इसका राइट आंसर होगा काली कोयल कीर्तन बाणी अपने प्रीतम को। इसका राइट आंसर, हाँ जी, इसका राइट आंसर होगा शेख फरीद। भाई गुरदास जी ने किहड़े काव्य रूपों में रचना की? इसका आंसर होगा जी बार, तिब्बत अते सवैया। इसका राइट आंसर डी होगा। मेरा बलैती सफरनामा किहदा गा? हाँ जी, ये किहदा गा? लाल सिंह कमला अकाली का। तहानू दी थां थानू, तुहाडी दी थां थोडी कित्थे बोलदे ने? इसका राइट आंसर होगा जी मलवई विच। फिरदा चार गवाया हंड के चीर गवाया, सम्मी इत्थे चार तो की भाव है? इसका आंसर होगा जी चार पहर। इसका डी आंसर होगा जी। नानक सिंह का पहला मौलिकी नावल किहड़ा सी? मौलिक नावल किहड़ा सी? हाँ जी, इसका आंसर होगा जी मतरेई मां। अगे वेखो, किहड़ी रचना भाई वीर सिंह की नहीं हैगी? इसका आंसर होगा जी केसर कैरी। हाँ जी, कंब दी कलाई भी, मटको लारे ते कंत सेली भाई वीर सिंह की रचना हैं। लफजां दी दरगाह काव्य संग्रह किस कवि की रचना? इसका आंसर होगा जी सुरजीत पात्र की। हाँ जी, ये सुरजीत पात्र जी की रचना। अगला क्वेश्चन देखो, शाह हुसैन का संबंध किसी सूफी संप्रदाय नाल है? हाँ जी, इसका आंसर होगा जी मलामती। बुल्ले शाह के मुरसद का नाम की सीगा? इसका आंसर होगा जी, इसका आंसर होगा शाह अनायत। गुरु नानक देव जी की बाणी किन्नी रागां विच है? इसका आंसर होगा जी 19 रागां विच। चरणदास सिद्धू के नाटकों में आचालिक खेत्र किहड़ा है? इसका आंसर होगा जी दुआबा। चंडी दी वार किस संद विच रची गई है? इसका आंसर है जी सिरखंडी संद विच। संत सिंह सेखों की रचना है? हाँ जी, इसका आंसर होगा जी से घर। वो कोठे उत्ते चढ़ गया बाक विच वो की है? इसका आंसर होगा जी प्रणाम। हाँ जी, ये की है एक प्रणाम है। सुनहेड़े काव्य संग्रह किसकी रचना है? इसका आंसर होगा जी अमृता प्रीतम दी। कुलवंत सिंह विरक किहड़ी पीढ़ी का कहानीकार है? हाँ जी, इसका आंसर होगा जी डी दूजी। हाँ जी, दूजी पीढ़ी का सीगा कहानीकार। अगला क्वेश्चन देखो, इस अदालत च बंदे बिरख हो गए। हाँ जी, ये देखो, मैं क्वेश्चन भी बहुत बार करवाया सीगा। इसका राइट आंसर होगा, मैं दस्या भी इसका राइट आंसर की होगा सुरजीत पात्र। अगला क्वेश्चन देखो, वो सवेरे सवेरे सैर करने जाता है बाग विच सवेरे सवेरे की है? इस की है एक की है किरिया विशेषण। कुड़ियां का प्रसिद्ध नाच किहड़ा है? हाँ जी, इत्थे प्रसिद्ध नाच पूछा गया भी कुड़ियां का किहड़ा गा? प्रसिद्ध नाच किहड़ा गा? गिद्धा। मुहारनी का सही कर्म की है? डी है इसका आंसर जी। अगला क्वेश्चन देखो, जिन्ना शब्दों तो किसी काम के होण जां वापरन का पता लगे उन्होंने की कहते हैं? हाँ जी, तो देखो इसका राइट आंसर होगा जी किरिया। 12वां काव्य रूप किस महीने तो शुरू होता है? इसका आंसर होगा जी चेत तो। अगला क्वेश्चन देखो, किहड़ा जुट सही है? हाँ जी, इस देखो, चिट्टा लहू है जिहड़ा वो नावल किहदे द्वारा लिखा गया? नानक सिंह जी द्वारा। हाँ जी, एक नावल आगा जिहड़ा कि नानक सिंह जी द्वारा लिखा गया है। सपार के मेले का संबंध किस नाल संबंधित है? इसका आंसर होगा जी गुगे पीर नाल। अगला क्वेश्चन देखो, काफी किहड़ा रूप है? हाँ जी, इसका आंसर होगा जी काफी की है एक प्रगीतक। इसका राइट आंसर होगा बी। मैं असी किस तरह के पड़नाम हैं? इसका राइट आंसर होगा जी पुरखवाचक। पास की किहड़ी रचना किस विचारधारा नाल संबंधित है? पास की काव्य रचना किस विचारधारा नाल संबंधित है? इसका आंसर होगा जी नक्सली विचारधारा नाल। अखी ठिड्डा शब्द किस उपभाषा का है? इसका आंसर होगा जी माझी का। दामोदर का किस्सा हीर रांझा किस संद विच लिखा गया? इसका आंसर होगा जी दिवैया संद विच। मक्के की गोश्त किस दे विचकार हुई? इसका आंसर है जी गुरु नानक देव ते काजियां विचकार। हाँ जी, अपना लास्ट क्वेश्चन रह चुका है, इन्हां विच्चों किहड़ा पंजाबी कहानीकारक है?
हाँ जी, ਇਹਦਾ ਆਨਸਰ ਹੋ ਗਿਆ ਜੀ ਮੋਹਨ ਭੰਡਾਰੀ। ਹਾਂਜੀ, ਇਹ ਪ੍ਰਸ਼ਨ ਪਹਿਲਾਂ ਵੀ ਪੁੱਛਿਆ ਗਿਆ ਸੀਗਾ ਵੀ ਕਹਾਣੀਕਾਰ ਮੋਹਨ ਭੰਡਾਰੀ ਦਾ ਵੀ ਜਨਮ ਕਦੋਂ ਹੋਇਆ ਸੀਗਾ, ਇੱਥੇ ਪੁੱਛਿਆ ਗਿਆ ਵੀ ਕਹਾਣੀਕਾਰ ਕਿਹੜਾ ਗਾ। ਠੀਕ ਹੈ। ਹਾਂਜੀ, ਇਹ ਆਪਾਂ 150 ਕੰਪਲੀਟ ਕਰ ਚੁੱਕੇ ਹਾਂ। ਹਾਂਜੀ, ਇਸ ਦੇ ਵਿੱਚੋਂ ਇੱਕ ਅੱਧਾ ਕੁਐਸਚਨ ਮੇਰਾ ਰੌਂਗ ਵੀ ਹੋ ਸਕਦਾ ਹੈ ਨਾ, ਬਾਕੀ ਜਦੋਂ ਆਨਸਰ ਕੀ ਆਊਗੀ ਉਦੋਂ ਪਤਾ ਲੱਗ ਜੂਗਾ। ਮੇਰੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦਿਓ। ਸਾਰਿਆਂ ਦਾ ਧੰਨਵਾਦ।